ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜਿਨ੍ਹਾਂ ਦੇ ਆਪਣੇ ਜੀਵਨ ਫਲਸਫੇ ਦੇ ਅੰਦਰੋਂ ਹੀ ਹਰ ਇੱਕ ਸਿੱਖ ਨੂੰ ਜੀਵਨ ਜਾਚ ਮਿਲਦੀ ਹੈ। ਇਹ ਸਾਡਾ ਜਿਹੜਾ ਸਮਾਜ ਹੈ, ਇਹ ਰਹੁ ਰੀਤਾਂ, ਕਰਮਾਂ, ਧਰਮਾਂ, ਦੁੱਖਾਂ ਸੁੱਖਾਂ, ਕਲੇਸ਼ਾਂ, ਝਗੜਿਆਂ, ਖੁਸ਼ੀਆਂ, ਗਮੀਆਂ, ਇਹ ਸਾਰਾ ਬਣ ਕੇ ਸਾਡਾ ਸੱਭਿਆਚਾਰ ਬਣਦਾ, ਸਮਾਜ ਬਣਦਾ। ਔਰ ਹਰ ਜਿਹੜਾ ਸਮਾਜ ਜਿਉਂ-ਜਿਉਂ ਬਦਲਿਆ ਤਿਉਂ ਇੱਥੋਂ ਦੀਆਂ ਰਹੁ ਰੀਤਾਂ, ਰਸਮਾਂ ਰਿਵਾਜ ਵੀ ਬਦਲੇ। ਪਰ ਕੁਝ ਧਾਰਮਿਕ ਪੱਧਰ 'ਤੇ ਜਿਹੜੀਆਂ ਪਰਪਾਟੀਆਂ ਪਰਮਾਨੈਂਟਲੀ ਹੋ ਗਈਆਂ ਨੇ, ਕੁਝ ਚੱਲਦੀਆਂ ਆ ਰਹੀਆਂ, ਜਿਹਨੂੰ ਅਸੀਂ ਰਸਮਾਂ ਰਿਵਾਜ ਵੀ ਆਖਦੇ ਹਾਂ, ਉਹ ਪੀੜ੍ਹੀ ਦਰ ਪੀੜ੍ਹੀ, ਸਮਾਜ ਦਰ ਸਮਾਜ ਅੱਗੇ ਚੱਲਦੀਆਂ ਗਈਆਂ। ਕੁਝ ਕੁ ਰਸਮਾਂ ਨੂੰ ਇੱਕ ਖਾਸ ਸੰਪਰਦਾਇ ਜਾਂ ਖਾਸ ਧਰਮ ਦੇ ਨੁਮਾਇੰਦੇ ਉਹ ਮੰਨਦੇ ਨੇ। ਪਰ ਹੁੰਦਾ ਇਹ ਹੈ ਵੀ ਜਦੋਂ ਇਸ ਹਿੰਦੁਸਤਾਨ ਦੀ ਇਹੀ ਹਾਲਤ ਰਹੀ ਹੈ, ਇੱਥੇ ਜਿਸ ਕਿਸੇ ਰਾਜ ਦਾ ਰਾਜ ਰਿਹਾ, ਚਾਹੇ ਉਹ ਮੁਗਲ ਆਏ, ਤੁਗਲਕ ਵੰਸ਼ ਆਇਆ, ਲੋਧੀ ਵੰਸ਼ ਆਇਆ, ਭਾਵੇਂ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ, ਭਾਵੇਂ ਇੱਥੇ ਕਿਸੇ ਵਕਤ ਵੈਦਿਕ ਸੰਪਰਦਾਵਾਂ ਰਹੀਆਂ, ਮਤਲਬ ਜੋ ਇੱਥੇ ਰਿਹਾ ਉਹਨਾਂ ਦਾ ਸਪਿਰਿਚੁਅਲਿਟੀ ਪੱਖ ਤੋਂ, ਧਾਰਮਿਕ ਪੱਖ ਤੋਂ ਪ੍ਰਭਾਵ ਰਿਹਾ ਪਬਲਿਕ ਦੇ ਉੱਤੇ। ਅਤੇ ਇਸ ਤਰ੍ਹਾਂ ਦੀ ਹਾਲਾਤ ਦੇ ਵਿੱਚ ਜਿਹੜੀ ਅਸੀਂ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਅੱਜ ਪੁਰਬ ਦੇ ਸੰਬੰਧੀ ਮੈਂ ਗੱਲ ਕਰ ਰਿਹਾ ਕਿ ਸਮਾਜ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗਿਰਾਵਟ ਸੀ ਉਹ ਸੀ ਨਾ ਭੇਦਭਾਵ ਸੀਗਾ। ਉਹ ਚਾਹੇ ਜਾਤ ਪਾਤ ਦਾ ਹੋਵੇ, ਨਸਲ ਦਾ ਹੋਵੇ, ਧਰਮ ਦਾ ਹੋਵੇ, ਇਸ ਤਰ੍ਹਾਂ। ਤਾਂ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਹਾਲਤ ਮਾੜੀ ਸੀਗੀ, ਭਾਵੇਂ ਜਿਹੜਾ ਬ੍ਰਾਹਮਣੀ ਸਮਾਜ ਹੈ ਉਹ ਆਪਣੇ ਆਪ ਨੂੰ ਅੱਪਰ ਲੈਵਲ ਦਾ ਮੰਨਦਾ ਹੈ, ਫਿਰ ਜਿਹੜਾ ਅਗਲੇਰਾ ਸਾਰਾ ਉਹ ਵੱਖਰੇ ਵੱਖਰੇ ਢੰਗ ਨਾਲ ਖੱਤਰੀ ਹੈ, ਉਹਦਾ ਆਪਣਾ ਇੱਕ ਉਹ ਸਿਸਟਮ ਸੀ। ਸ਼ੂਦਰ ਦਾ ਜਿਹੜਾ ਸਮਾਜ ਸੀ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਇੱਕ ਇਸਤਰੀ ਦਾ, ਉਹ ਬੜਾ ਦਰਦਨਾਕ ਸੀਗਾ। ਅਤੇ ਸਮਾਜ ਨੇ ਇਸ ਤਰ੍ਹਾਂ ਦੀਆਂ ਰਹੁ ਰੀਤਾਂ ਬਣਾ ਚੁੱਕੇ ਸਨ ਬਈ ਕਿ ਇਸਤਰੀ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਸੀ ਵੀ ਇਹ ਤਾਂ ਇੱਕ ਸਿਰਫ ਜਨਨੀ ਹੈ, ਜਨਮ ਦੇਣ ਵਾਸਤੇ, ਇਹਦਾ ਹੋਰ ਕੋਈ ਮਤਲਬ ਨਹੀਂ, ਪਰਿਵਾਰ ਵਧਾਉਣਾ ਹੈ। ਫਿਰ ਕੁਝ ਇਸ ਤੋਂ ਨਕਾਰਾਤਮਕ ਸੋਚ ਰੱਖਣ ਵਾਲੇ ਵੀ ਸੀ, ਜਿਹੜੇ ਕਹਿੰਦੇ ਸੀ ਇਹ ਤਾਂ ਬਘਿਆੜੀ ਹੈ ਜਾਂ ਨਰਕ ਦਾ ਦੁਆਰ ਹੈ, ਇਸ ਕਰਕੇ ਛੱਡਣ ਦੀ ਵੀ ਗੱਲ ਹੋਈ। ਫਿਰ ਇੱਥੋਂ ਤੱਕ ਵੀ ਸਾਡੇ ਸਮਾਜ ਨੇ ਕਿਹਾ ਵੀ ਇਹਨੂੰ ਜਿਹੜੀ ਹੈ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਸੀ। ਅਤੇ ਇਹੋ ਹੀ ਦਸ਼ਾ ਸ਼ੂਦਰ ਦੀ ਸੀ, ਉਹਨੂੰ ਕੋਈ ਜ਼ਿਆਦਾ ਵਧੀਆ ਨਹੀਂ ਸੀ, ਜਿਹੜਾ ਵਧੀਆ ਹੀ ਨਹੀਂ ਸੀ ਸਮਝਿਆ, ਜ਼ਿਆਦਾ ਕੀ ਕਹਿਣਾ, ਬਹੁਤ ਮਾੜੀ ਹਾਲਤ ਸੀ। ਹੁਣ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਇਹ ਸਾਡੇ ਮਨੁਸਮ੍ਰਿਤੀ ਸਿਸਟਮ ਦੇ ਵਿੱਚ ਬਣਿਆ ਹੋਇਆ ਸੀ, ਔਰ ਲੋਕ ਜਿਹੜੀ ਆਮ ਪਬਲਿਕ ਸੀ ਉਹ ਤਸੱਦਦ ਦਾ ਸ਼ਿਕਾਰ ਹੋ ਗਏ ਸੀ। ਰਹੁ ਰੀਤਾਂ ਚੱਲੀਆਂ ਸੀ, ਜਿਵੇਂ ਚੱਲਦੇ ਸੀ ਉਵੇਂ ਸੀ। ਇਹ ਵੀ ਇਸਤਰੀ ਦੀ ਹਾਲਤ ਇਹ ਜਿਹੀ ਸੀ, ਜੇ ਉਹਦਾ ਕਿਤੇ ਪਤੀ ਮਰ ਜਾਂਦਾ ਸੀ ਉਹਨੂੰ ਨਾਲ ਹੀ ਫੂਕ ਦਿੱਤਾ ਜਾਂਦਾ ਸੀ, ਸਤੀ। ਫਿਰ ਆਮ ਉਹਦਾ ਕੋਈ ਇਹ ਨਹੀਂ ਸੀਗਾ। ਤੁਸੀਂ ਵੱਖਰੇ ਵੱਖਰੇ ਧਰਮਾਂ ਦੀ ਗੱਲ ਕਰਦੇ ਸੀ, ਜੇ ਤੁਸੀਂ ਅੱਜ ਵੀ ਇਸਲਾਮ ਦੇ ਵਿੱਚ ਦੇਖਦੇ ਸੀ, ਇਹ ਵੀ ਹੈ ਕਿ ਜੇ ਪਤੀ 3 ਔਰਤਾਂ 4 ਵਿਆਹ ਕਰਵਾ ਸਕਦਾ, ਅਤੇ ਇੱਕ ਸਿਰਫ 3 ਸ਼ਬਦ ਕਹਿਣ ਦੀ ਲੋੜ ਪੈਂਦੀ ਸੀ, ਉਹ ਜਿਹੜਾ ਐਜ਼ ਏ ਡਿਵੋਰਸ ਤਲਾਕ ਹੋ ਜਾਂਦਾ ਸੀ। ਜਾਂ ਇੰਝ ਇੱਕ ਆਇਤ ਹੁੰਦੀ ਹੈ, ਉਹ ਅਗਰ ਉਹ ਪਤੀ ਪੜ੍ਹਦਾ ਹੈ ਅਤੇ ਉਹ ਡਿਵੋਰਸ ਹੋ ਜਾਂਦਾ ਸੀ। ਤਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਹਾਲਾਤ ਸੀ, ਤੁਸੀਂ ਦੇਖੋ ਵੀ ਉਹਦਾ ਜਿਹੜਾ ਇਸਤਰੀ ਦਾ ਪਾਰਟ ਸੀਗਾ ਇਸ ਸਮਾਜ ਦੇ ਵਿੱਚ, ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀਗਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਆਉਂਦੇ ਨੇ, ਅਸੀਂ
मैं अज जी असी आनंद की गल करते हैं, आनंद कारज विआह की गल करते हैं, विआह मनुख की जी पूरी लाइफ है वो एक बहुत वड्डा सुनहरी पल होंदा है। विआह दे नाल जन्म की भी खुशी होंदी है, फिर जिहड़ा बच्चे धर्म की प्रवेश की एक रस्म है, जां फिर विआह की होंदी आ ते जां फिर अंतम होंदी है। हुण इन्हां रस्मां दे विच ही लोग इकट्ठे हुंदे सी ज़्यादातर, कोई खास किसी का विआह होना, किसी का बच्चा होना, जां किसी जिवें असीं कहंदे गुरु नानक साहब दे जनेऊ पाउण की रस्म की जाती सी, जां फिर सुन्नत आदਿਕ दी करनी, उदों लोग इकट्ठे करे जाते सीगे। तो उदों भी जिहड़ी इस्त्री की हालत इस तरह की सी। फिर बाबा नानक जी जदों आंदे ने, जिहड़ा आपां ने हुण देखना, ये समाज दे विच एक लहर सी। गुरु साहब ने देखिया भी घर दे विच अक्सर ही ये हुंदा ना भी जदों गुरु नानक पातशाह 1469 विच आउंदे ने ते 1474 दे विच बेबे नानकी जी की आमद होंदी है। पहला 5 साल वड्डे सी। हुण ये कुदरत का वरतारा ही है। भैन नानकी आए और ये भी जिहड़े ने भैन नानकी अपने ना ही तां रखा गया क्योंकि नानके पैदा हुए सी। बेबे नानकी अक्सर ही उन्हां वक्तां 'च जिहड़ी बीबी जां बेबे दो शब्द वरते जाते सीगे। जिहड़ी घर की धी हुंदी सी, जो बच्ची हुंदी सी, अज भी कोई सत्कार दे विच बीबी कहंदे ने जिहड़ियां अपनियां बच्चियां हुंदियां तां, जां फिर हुंदे बेबे शब्द, बेबे नानकी। तो गुरु नानक पातशाह तो 5 साल जिहड़े ने ये वड्डे सीगे। हुण वो भी घर दे विच ने। जदों असीं रस्म हुंदी है घर दे विच गुरु नानक साहब दे जनेऊ पाउण दी, सारा जिहड़ा कोड़मा कबीला है इकट्ठा हो जाता है। एक तो बहुत वड्डे ने क्योंकि मेहता कल्याण दास जी जिहड़े मेहता ने, मेहता की पोस्ट होंदी है, मेहता कहंदे ने पटवारी नूं। माल विभाग दे विच सब तो वड्डा विशेष रोल हुंदा पटवारी का। हुण तो तुहानूं पता भी हुण सिस्टम चेंज हो गए, पर किसी वक्त ये बहुत हत्थ दे विच हुंदा सारा। तो उहदे बड़ी आमद हुंदी सी, लोकां जान पछाण हुंदी, पूरी दी पूरी जिहड़ी तलवंडी है राय बलार के अधीन है, पर वो खास रोल अदा करते हैं मेहता कल्याण दी। हुण सारा इकट्ठ कर लिया, सारा परिवार आ गए, खाण पाण हो गए, सब बड़े खुशी नाल आ रहे हैं। ठीक है। तो जदों पंडित जी भी आ गए ने, बिठा लिया, तो सारा कुछ उन्होंने अपना जिहड़ा तैयार करना सी जिन्हें वो भी तैयार कर लिया। नैन टाइम पर जो बिठा लिया, कहते बाबा नानक कुछ नहीं बोले, बिल्कुल साइलेंट ने। हुण किहड़ी उम्र किहड़ी है, 9 साल की उम्र। जदों ही बिठाए तो बिठा के कहने लगे भी इस तरह करके पाउण लगे ना, बाबा जी ने ही हत्थ फड़ ले दोनों। हुण पहली गल तो यह सोचनी है भी उस तो पहला किहड़ा गुरु नानक साहब नूं पता नहीं लग्या होना भी मेरे घर च इकट्ठ क्यों हो रहा। खास दिन मनाया तो दस्सी होना भी धर्म प्रवेश है, पर बाबा जी चुप रहे। वो चाहुंदे सी भी इकट्ठे होण सारे। पहला जिहड़ी इनकलाबी सुर होंदी है उहदा मतलब भी इस तरह ही होंदा है। ਐਵੇਂ नहीं भी कल्ले ही घरे लड़ पो, नहीं। किसी भी गल की इनकलाबता जे हैगी उन्होंने समाज में तां ही जाएगा जो समाज के लोग इकट्ठे होणगे। पूरी हिस्ट्री गुरु नानक साहब की पढ़िओ, किते भी जिथे गए ने, किते कुंभ का मेला लग्या है, किते तुसीं देखदे हो जी सूरज ग्रहण लग्या है, किते मुलाणे इकट्ठे होए ने, किते जोगियां दा पूरा पूरा जिहड़ा टोला बैठा है। बाबे ने इकट्ठे होया लोगों के जाके विस्फोट किया जाके इत्थे। क्यों? जो एक नूं थोड़ी जिहड़ी कहनी मेरी गल है वो सारिਆਂ ਨੂੰ पता लगू, एक कल्ले कल्ले क्यों मैं समझावांगा। यही कारण सी भी वो तीर्थां ते जां होर भरमण करन नहीं सी गए, वो कोई इशनान करन नहीं सी गए। उन्होंने कहा लोग इत्थे इकट्ठे हुंदे ने, इत्थे इकट्ठे हुंदे ने ते इत्थे चलो। इस तरीके बाबा जी इकट्ठे कर, जो इकट्ठे कर लो कहते बाहां पड़ लियो, कहते नानक तेन पता है तू की कर रहे हैं। हुण पंडित जी दे हाथी फड़ लेने पुरोहित है, फिर भी उस घर का सारा टब्बर हथ बन के खड़दा, पुरोहित जी ने साढ़े तो बाबे ने वाह पड़े ने ये की करन लगे। कहते साढ़े गल च जनेऊ पाउणा काहदे वास्ते, तुसीं धर्म विच आ जाओगे। बाबा नानक जी कहते धागे नाल धर्म च आना। हाँ, पर मेरी भैन तो अज तक नहीं आई।
चोट सी, पहली चोट। पंडित जी देखे, दुनिया देखे, रिश्तेदार खड़े सी। मेरी भैन अज तक नहीं आई, 5 साल के हो गए ने। माफ़ी चाहे, मतलब 5 साल वड्डे सी ना, मेरे तो 5 साल वड्डे ने, अजे तक उन्होंने नहीं तुसीं पार, उन्होंने नहीं ब्याह। कहते नहीं नहीं जजमाना, तेन पता नहीं, ये औरत के जनेऊ नहीं पैंदा। हुण ध्यान दो, इत्थों ही बाबा टर्न मार रहा बीबियां दे हक विच। तुहानूं पता होवे, सब तो पहला गुरु नानक पातशाह जे दर्शन किया वो बीबी ने ही किया, माता दौलता ने निवाजे है गुरु नानक ने पहला। फिर इत्थे आके दूजा टर्न है, हुण तीजा विआह दे विच जाके। हुण जिहड़ी मैं बेनती कर रहा, समाज की हालत इस तरह की है सारी दी सारी, इहदे विच तुसीं वेखदे हो। पर बाबा नानक जी वेखते हैं भी ये औरत को तो समझ ही नहीं कुछ जा रहा। औरत समाज की सब तो वड्डी अहम रोल अदा करती है। भंड जम्मी है, भंड निम्मी है, भंड मंगण विआह, भंडो होवे दोस्ती, भंडे चल राह, भंड मुआ भंड भालीए, भंड होवे बंधान। फिर बाबा कहता कमाल की गल, शर्म आने लिया, सो क्यों मंदा आखिए, क्यों मंदा आखदे हो, माड़ा क्यों आखदे, रीजन तो दसो भी, कारण की है। ये भी तो रब का जी है ना। ये है क्रांतिकारी सुर। मैं ये गल तां सुनाई है क्योंकि अज के दिन भी उही वरतारा होना, सेम उही हुंदा। हुण गुरु नानक साहब महाराज कहा भी नहीं नहीं, ये तो तुसीं मेरी भैन की गल च पाओ पहला। वो कहते नहीं पैना नहीं। क्यों नहीं पैना, फिर तो मेरी ते मेरे ते मेरी भैन च पहले ही वितकरा पा दिता कि कहदा जनेऊ है, फिर तेरे जिहड़ा गल च पाया वो पा दे, काहनूं वटदा। वो कहता ये भी नहीं पै सकदा, ये ब्राह्मण का खत्तरी का होर है, सूदर का होर है, वैस का होर है। बाबा कहता कमाल है, मैं नहीं पाउणा, जे है पाउण नूं मैं तैयार हाँ। सारे खिड़ गए भी चलो मनता गए ना भी पाउण नूं तैयार है। बाबा नानक कहता मैं पाउण नूं तैयार हाँ, पर जिहड़ा मैं कहना वो पा। वो किहड़ा, दया कपा संतोख सूत, जत गंढी सत वट, इहो जनेऊ जी का हई हैगा, ता बांडे का पा दे। सत वाला होवे, संतोख वाला होवे, दया वाला होवे, ये पा, मेरे ते चाहिदा है। नो रिप्ले। और गुरु ने पाया नहीं, उठ खड़े होए। बस इत्थों ही क्रांतिकारी सुर चलती है। बाबा कहता मैं पाउणी नहीं, लोग इकट्ठे होने, जो मर्जी होवे नहीं पाउणा, लै जाओ इनू। खैर अज के दिन ते मैं आवां दूजी बेनती। हुण गुरु महाराज ने समाज में देखिया भी ये जी औरत है, ये हालत इस तरह की है। अज विवाह भी औरत नाल होना है, जन्म भी औरत दिंदी है, मंगना भी औरत नाल हुंदा है, पालदी भी औरत है। जे किते डैथ हो जाए फिर दोबारा ब्याह के भी हुई आती है। तो बाबा जी कहते फिर क्यों मंदा आखदे हो, सो क्यों मंदा आखिए, जित जम्मै राजा बन गया। भाई राजा किवें बन गया, राजे नूं जन्म कि नहीं दिता, राजे नूं जन्म देने वाली माँ। चाहे कोई भगत इत्थे आया, जिसने भी जन्म संसार ते लिया उन्होंने माता ने जन्म दिता, माँ ने जन्म दिता, एक औरत ने जन्म दिता। साहिब गुरु बाबा जी कहते इसलिए क्यों मंदा आख्या जाए, क्योंकि समाज के हालात इस तरह के सी। जे पति मर जाए ना, औरत को सती कर दो, पर जे पत्नी मर जाए होर लियो, उन्होंने क्यों नहीं सती किया गया भी। डुअलिटी जिहड़ी सीगी बाबा यही झकदा गा, सब तो पहला जिहड़ा भेदभाव है ना, यही झकदा, खत्म करो इनू। इंसान दुनिया के करते दे सब एक जी ने, सारे जी उस दिन इक्को सार दे ने, क्यों भेदभाव किसी भी चीज़ ते। ते ये भी सी बाबे ने जो गुरु अमरदास जी असीं बाणी पढ़ते हैं, उन्होंने भी जिक्र किया भी सतियाँ यह ना आखिए जो मड़ियाँ लग जलन। सतियाँ वो नहीं होंदियां जिहड़ियां मड़ियाँ च जल के मर जान ना, नानक सतियाँ जानिए जे बिरहा चोट मरन।
ਜਿਨ੍ਹਾਂ ਤੇ ਬਿਰਹਾ ਦੀ ਚੋਟ ਵਿੱਚ ਜਿਹੜਾ ਜੀਵਨ ਬਤੀਤ ਕਰਦੀ ਸਤੀ ਉਹ ਹੈ। ਅੰਦਰ ਅੰਦਰ ਚੋਟ ਹੋਵੇ, ਬਿਰਹਾ ਦੀ ਅਗਨ ਅੰਦਰ ਹੋਣੀ ਚਾਹੀਦੀ, ਬਾਹਰਲਾ ਨਹੀਂ ਹੈ। ਖੈਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਫਿਰ ਜੀਵਨ ਇਸ ਤਰ੍ਹਾਂ ਲੱਗਦਾ। ਹੁਣ ਦੂਸਰਾ ਸੈਕੰਡ ਟਾਈਮ ਸੀ ਆ ਵਿਵਾਹ ਦਾ ਆਨੰਦ ਕਾਰਜ, ਜਿਹਦੀ ਆਪਾਂ ਲਾਵਾਂ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਸੂਹੀ ਮਹੱਲਾ ਚੌਥਾ ਦੇ ਵਿੱਚ ਜਦੋਂ ਅਸੀਂ 4 ਲਾਵਾਂ ਨੇ, ਪਰ ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਵਿਵਾਹ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਦੇ ਦਿਨ ਜਦੋਂ ਜਿਹੜਾ ਵਿਆਹ ਇਸ ਤਰ੍ਹਾਂ ਦੱਸਿਆ ਜਾਂਦਾ ਵੀ 2 ਦਿਨ ਜਿਹੜੇ ਨੇ ਵਿਆਹ ਦਾ ਤਿੱਥ ਜਿਹੜੀ ਹੈ ਸਾਹੇ ਚਿੱਠੀ ਹੈ ਉਹ ਬਣਾਈ ਗਈ। ਉਹ ਚਿੱਠੀ ਭੇਜੀ ਗਈ ਜੈ ਰਾਮ ਜੀ ਨੇ, ਜਿਹੜੇ ਇਹਨਾਂ ਦੇ ਜੀਜਾ ਜੀ ਲੱਗਦੇ ਨੇ, ਭਾਈਆ ਜੀ ਲੱਗਦੇ ਨੇ, ਸੁਲਤਾਨਪੁਰ ਲੋਧੀ। ਮੈਂ ਅੱਜ ਵੀ ਹੈਰਾਨ ਹੋ ਰਿਹਾ ਸੀ, ਮੈਂ ਕੱਲ੍ਹ ਵੀ ਸ਼ਾਇਦ ਮੈਂ ਇੱਕ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਕਮਾਲ ਹੈ ਵੀ ਭੈਣ ਦੇ ਘਰੋਂ ਭਰਾ ਦੀ ਬਰਾਤ ਚੜ੍ਹਦੀ ਹੈ, ਕਿਉਂਕਿ ਬਾਬਾ ਨਾਨਕ ਉੱਥੇ ਹੀ ਰਹਿੰਦੇ ਸੀ। ਗੁਰੂ ਨਾਨਕ ਪਾਤਸ਼ਾਹ ਜੀ ਤਲਵੰਡੀ ਆਪਣੇ ਪਿੰਡ ਤੋਂ ਬਰਾਤ ਨਹੀਂ ਗਈ। ਹਰ ਬੱਚੇ ਦਾ ਜਾਂ ਹਰ ਭੈਣ ਦਾ ਵੀ ਜਾਂ ਹਰ ਮਾਪਿਆਂ ਦਾ ਇਹੀ ਹੁੰਦਾ ਨਾ ਵੀ ਸਾਡੇ ਬੱਚੇ ਦੀ ਬਰਾਤ ਸਾਡੇ ਘਰੋਂ ਚੜ੍ਹੇ, ਪਰ ਨਹੀਂ, ਭੈਣ ਦੇ ਘਰੋਂ ਆ। ਕਿੱਡਾ ਕੁ ਸਨੇਹ ਹੋਏਗਾ। ਮੈਂ ਕਈ ਵਾਰੀ ਜ਼ਿਕਰ ਕਰਦਾ ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਹੈਗੀ, ਤੇ ਸਾਰੇ ਜਿਹੜੇ ਰੀਤੀ ਰਿਵਾਜ ਨੇ ਐ ਭੈਣ ਆਪ ਕਰਦੀ ਹੈ। ਫਿਰ ਚਿੱਠੀ ਲਿਖੀ ਜਾਂਦੀ ਹੈ, ਉਹ ਚਿੱਠੀ ਜਾਂਦੀ ਹੈਗੀ ਬਟਾਲੇ, ਜਿਹੜਾ ਮੂਲਾ ਚੋਣੇ ਹੈ, ਜਿਹਨੂੰ ਮੂਲਾ ਖੱਤਰੀ ਚੋਣੇ ਵੀ ਕਹਿੰਦੇ, 2 ਤਰ੍ਹਾਂ ਨਾਲ ਆਉਂਦਾ ਹੈ, ਉਹਨਾਂ ਦੇ ਘਰ ਜਾਂਦੀ। ਦੂਜੀ ਚਿੱਠੀ ਆਪ ਲਿਖੀ, ਕੇਸਰ ਲਾ ਕੇ ਉਹਦੇ 'ਤੇ ਲਿਖਿਆ, ਫਿਰ ਉਹ ਤਲਵੰਡੀ ਭੇਜੀ ਗਈ ਵੀ ਸਤਿਗੁਰਾਂ ਦੀ ਸਾਹੇ ਚਿੱਠੀ ਬਣਾ ਦਿੱਤੀ ਗਈ ਹੈ, ਵਿਆਹ ਦਾ ਦਿਨ ਜਾਣਾ ਹੈ। ਇਸ ਤਰੀਕੇ ਨਾਲ ਜਿਹੜਾ ਹੈ ਸਾਰੀ ਤਿਆਰੀ ਕਰਨੀ ਹੈ, ਕਿਉਂਕਿ ਕੁੜਮਾਈ ਪਹਿਲਾਂ ਹੋ ਗਈ ਸੀ। ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਨਾਲ ਗੱਲ ਕੀਤੀ ਨਾ ਬੇਬੇ ਨਾਨਕੀ ਅਤੇ ਭਾਈਆ ਜੈ ਰਾਮ ਜੀ ਨੇ ਵੀ ਤੁਹਾਡਾ ਰਿਸ਼ਤਾ ਕਰਨਾ ਹੈ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੈਣੇ ਮੈਂ ਤੇਰਾ ਸਤਿਕਾਰ ਕਰਦਾ, ਭਾਈਆ ਤੇਰਾ ਬਹੁਤ ਸਤਿਕਾਰ ਕਰਦਾ ਤੁਹਾਡਾ, ਪਰ ਗੱਲ ਇਹ ਹੈ ਵੀ ਇਹ ਜਿਹੜਾ ਇਹ ਕਾਰਜ ਹੈ ਇਹ ਮਾਪਿਆਂ ਦੇ ਹੱਥ ਵਿੱਚ ਹੁੰਦਾ। ਮੇਰੀ ਕੋਈ ਇਹਦੇ 'ਚ ਅਥਾਰਟੀ, ਜੇ ਮਾਂ ਬਾਪ ਕਹਿਣਗੇ ਨਾ ਉਵੇਂ ਬੁਲਾਏ ਗਏ। ਫਿਰ ਜਾ ਕੇ ਸਾਰੀ ਦੱਸਿਆ, ਜਾ ਕੇ ਭੈਣ ਨੇ ਗਈ, ਬੇਬੇ ਨਾਨਕੀ ਜੀ ਗਏ, ਜਾ ਕੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਸਾਰਾ ਰਿਸ਼ਤਾ ਆ ਰਿਹਾ, ਸਾਰੀ ਗੱਲਬਾਤ ਹੁੰਦੀ ਹੈ। ਫਿਰ ਜੈਸ ਹੋ ਗਈ ਸਾਰੀ। ਜਦੋਂ ਮਾਂ ਬਾਪ ਨੇ ਕਿਹਾ ਵੀ ਠੀਕ ਹੈ ਓਕੇ ਕਰੋ। ਇਤਿਹਾਸ ਇਹ ਵੀ ਗੱਲ ਕਹਿੰਦਾ ਹੈ, ਜਿਹੜਾ ਅਜਿੱਤਾ ਰੰਧਾਵਾ ਇਹ ਨਗਰ ਹੈ, ਉਸ ਰੰਧਾਵੇ ਪਿੰਡ ਤੋਂ ਇਹ ਜਿਹੜੇ ਨੇ ਬਟਾਲਾ ਜਿਹੜਾ ਸ਼ਹਿਰ ਹੈ, ਇਹ ਗੁਰੂ ਨਾਨਕ ਪਾਤਸ਼ਾਹ ਤੋਂ 5 ਕੁ ਸਾਲ ਆਮਦ ਤੋਂ ਪਹਿਲਾਂ, ਜਿਵੇਂ ਬੇਬੇ ਨਾਨਕੀ ਦੇ ਟਾਈਮ 'ਚ ਉਦੋਂ ਕੀ ਵਸਿਆ, ਵੀ ਬਾਹਲਾ ਪੁਰਾਣਾ ਨਹੀਂ ਸੀਗਾ। ਬਾਬੇ ਨਾਨਕ ਵੇਲੇ ਜਿਵੇਂ ਕਰਤਾਰਪੁਰ ਵੀ ਬਾਅਦ 'ਚ ਬਹੁਤ ਸ਼ਹਿਰ ਨੇ ਜਿਹੜੇ ਬਾਅਦ ਵਿੱਚ ਨੇ, ਉਦੋਂ ਕੀ 5 ਕੁ ਸਾਲ ਪਹਿਲਾਂ ਵਸਿਆ ਸੀ। ਇਹ ਫਿਰ ਉਸ ਰੰਧਾਵੇ ਪਿੰਡ ਤੋਂ ਜਾ ਕੇ ਉੱਥੇ ਰਹੇ ਸੀਗੇ, ਅਤੇ ਇਹ ਵੀ ਆਪ ਇੱਕ ਜਿਵੇਂ ਕਹਿੰਦੇ ਨੇ ਚੰਗੀ ਪੋਸਟ 'ਤੇ ਸੀਗੇ। ਜਿਹੜੇ ਮਾਤਾ ਸੁਲੱਖਣੀ ਜੀ ਦੇ, ਜਗਤ ਮਾਤਾ ਜੀ ਦੇ ਪਿਤਾ ਜੀ ਸਨ ਬੂਲਾ ਚੋਣੇ ਜੀ ਖੱਤਰੀ, ਉਹ ਵੀ ਇੱਕ ਪੋਸਟ 'ਤੇ ਸਨ, ਉਹਨਾਂ ਦਾ ਵੀ ਬਹੁਤ ਰੁਤਬਾ ਸੀ। ਖੈਰ ਹੁਣ ਜਦੋਂ ਸਾਰੀ ਗੱਲ ਪਤਾ ਹੋ ਗਈ, ਮੈਂ ਨੇੜੇ ਲਾਵਾਂ ਕਿਉਂਕਿ ਟਾਈਮ ਘੱਟ ਜਾਣਾ, ਅਤੇ ਚਿੱਠੀਆਂ ਪਾਈਆਂ, ਫਿਰ ਰਾਏ ਬੁਲਾਰ ਤੱਕ ਪਹੁੰਚ ਗਿਆ ਸੁਨੇਹਾ ਵੀ ਗੁਰੂ ਨਾਨਕ ਸਾਹਿਬ ਦਾ ਵਿਆਹ ਧਰਿਆ, ਆਨੰਦ ਕਾਰਜ ਹੈ, ਅਤੇ ਬੜੀ ਖੁਸ਼ੀ ਦੀ ਗੱਲ। ਹੁਣ ਰਾਏ ਬੁਲਾਰ ਬੜਾ ਖੁਸ਼, ਮੇਰੀ ਸਰਕਾਰ ਦਾ ਵਿਆਹ ਹੈ, ਪਿਆਰ ਬਹੁਤ ਸੀ। ਕਿਹਾ ਵੀ ਮਹਿਤਾ ਕਲਿਆਣ ਜੀ ਜੋ ਕੁਝ ਚਾਹੀਦਾ ਤੁਹਾਨੂੰ, ਘੋੜੇ ਹਾਥੀ ਜੋ ਤੁਹਾਨੂੰ ਚਾਹੀਦਾ, ਕਨਾਤਾ ਜੋ ਕੁਝ ਵੀ ਚਾਹੀਦਾ ਸਮਾਨ ਸਭ ਲੈ ਜਾਓ, ਇੱਥੋਂ ਮੇਰੇ ਕੋਲੋਂ ਲੈ ਕੇ ਜਾਣਾ, ਕੋਈ ਕਮੀ ਨਾ ਆਏ। ਹੈਰਾਨਗੀ ਹੈ ਵੀ ਉੱਥੋਂ ਤਲਵੰਡੀ ਤੋਂ ਬਰਾਤ ਤਿਆਰ ਹੁੰਦੀ ਹੈ ਅਤੇ ਪਹਿਲਾਂ ਪਹੁੰਚਦੀ ਹੈ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ, ਸਾਰੀ ਸੰਗਤ ਉੱਥੋਂ ਗਈ ਉੱਥੇ, ਅਤੇ ਸਾਰੀ ਸੰਗਤ ਦੇ ਰਹਿਣ ਦਾ, ਖਾਣ ਪੀਣ ਆਦਿ, ਮਾਮੇ ਚਾਚੇ ਗੁਰੂ ਨਾਨਕ ਸਾਹਿਬ ਦਾ ਸਾਰਾ ਪਰਿਵਾਰ ਉੱਥੇ ਆਇਆ ਹੋਇਆ, ਉਹਨਾਂ ਦਾ ਸਾਰਾ ਇੰਤਜ਼ਾਮ ਜਿਹੜਾ ਹੈ ਭਾਈਆ ਜੈ ਰਾਮ ਜੀ ਨੇ ਕੀਤਾ ਹੈ, ਅਤੇ ਦੌਲਤ ਖਾਨ ਲੋਧੀ ਨੇ ਬੜਾ ਇੱਥੇ ਇਹ ਸਾਰਾ ਇਕੱਠ ਹੋਇਆ। ਰਾਤ ਰੁਕੇ, ਸਭ ਨੂੰ ਸਤਿਗੁਰੂ ਜੀ ਮਿਲਦੇ ਨੇ, ਸਭ ਨਾਲ ਲੰਗਰ ਪਾਣੀ ਪ੍ਰਸ਼ਾਦਾ। ਉੱਥੇ ਬਹੁਤ ਵਿਸਥਾਰ ਦੇ ਵਿੱਚ ਲਿਖਿਆ ਹੈ, ਜਿਵੇਂ ਅਸੀਂ ਪੜ੍ਹਦੇ ਸੂਰਜ ਪ੍ਰਕਾਸ਼ ਦੇ ਕਰਤੇ ਨੇ ਵੀ ਲਿਖਿਆ।
खैर उस तो फिर अगला दिन जिहड़ा अज का दिन है, अज भी नगर कीर्तन तुहानूं पता भी सुल्तानपुर लोधी तो चलदा है तो बटाला साहब पहुँचता। उस तरह संगतां आउंदियां ने, संगतां उत्थों दी संगतां मूहरे जिवें बरात का स्वागत करन लई मूहरे पहुँचते हैं, सारा कुछ उस तरह ही हुंदा है। तो फिर उस तरह कीर्तन होंदा है, उस तरह ही जिहड़ा चार लावां दा पाठ भी हुंदा है, सारा उस तरीके नाल कीता जांदा। अरदास बेनती तो पहला फिर जाके अरदास हुंदी। खैर गुरु नानक साहब महाराज तैयार होंदे ने। देखो सभा नहीं मैनूं होर थोड़ा जिहा जिवें किवें उन्हां नूं जिवें हुंदा ना विआहुले मुंडे दा शिंगार, उस वक्त घोड़े ते बिठाया गया, कलगी ऐन चमक रही है, सतगुरां दे उत्ते छत्र भी है, क्योंकि एक तो वैसे ही मेहता जी दे पुत्र ने, दूजा राय बलार वर्गे गुरु दे सेवक ने, जो मर्जी चाहिए। कहते इस तरह फिर बरात जाती है। और अमेज करो भी बाबे नानक दे किन्ने क प्यारे होने ने ਜਿਹੜੇ बरात में। ऐ थोड़ी क्या होगा भी नहीं जी इतना तो लिमिट जी आयो, 120 बंदे तो बाद नहीं बढ़न देना पैलेस, 10 बंदे उदों थोड़ी सीगा भाई बरात आएगी। और मेहता जी की बरात आनी है, एडे वड्डे परिवार की है तो सारे ने जाने, बड़िया हस्तियां जांदियां ने नाल। फिर ये नहीं कल्ले ये नहीं कि खास खत्तरी गए ने ना, बाबे नानक के मुरीद प्रीत जेड़े भी सब गए ने, सब बरात जाती है, वो जन चढ़ती है तो फिर ढकाव होंदा जिहड़ा रस्ते दे विच रुकदी है ब्यास दरिया के उत्ते। इत्थे जिहड़ी बरात रुक के एक रात इत्थे रहिंदे, जिहड़ा रस्ते का लंगर पानी जो है वो नाल लिआंदा जदों उत्थे छकाया जांदा। फिर अगला दिन जिहड़ा वो अज दा दिन कहंदे फिर इस तरह चल नगर कीर्तन उस तरह हुण भी फिर मैं दस्सिया ना उवें ही आंदा ते बरात पहुँच गई। हुण जिथे बरात ढुकदी है, खड़ती है, रुकती है रस्ते, उस तो पहला सुनेहा भेजा जाता है, सारा नगर इतों तक कहा जाता है स्वागत वास्ते मूहरे आ जाते हैं। तो हुण नगर दे विच भी किड्डी तैयारी की गई होनी भी किन्नी क संगत आ रही है, किन्ना कुछ नाल बनना सारा। गुरु साहब आ गए। हुण मैं एक होर छोटी जी बेनती कर लग्या, इत्थे ध्यान रखना, बेबे नानकी ते माता नानकी दोने ही बटाले विच आए ने। जिहड़े माता नानकी ने वो श्री गुरु हरगोबिंद पातशाह महाराज के महल ने, तो गुरु तेग बहादुर पातशाह जी के माता जी ने, माता नानकी। तो माता नानकी उदों आए सी जदों गुरु हरगोबिंद पातशाह महाराज के बड़े सपुत्र बाबा गुरदित्ता जी भी इत्थे ब्याहे हुए ने बटाले, इस नगर च। उन्हों का भी स्थान बनया है सतकरतारियां का गुरुद्वारा उत्थे। तो 3 गुरुद्वारे मेन ने, एक गुरुद्वारा कंध साहब जिथे गुरु महाराज जी की बरात बैठती है, दूसरा जिहड़ा महाराज दे बेबे माता सुलखणी जी का जगत माता जी का घर है उत्थे जिथे आनंद कारज हुए ने, दूजा गुरुद्वारा उन्होंने कहते डेरा साहब, तीसरा जिहड़ा सतकरतारियां जिथे गुरु हरगोबिंद पातशाह जी रुके ने। ये 3 गुरु घर ने उत्थे। खैर जो रुके तो बरात की आओ भगत दे विच सारे जिवें असीं अज भी तुसीं कहने हो भी आवो सज्जणा हुण देखां दर्शन तेरा राम। देखो अज तो असीं वैसे शब्द पढ़ते हैं, उदों भी शब्द पढ़े गए, खुशियां दे गीत गाए गए। गुरु नानक पातशाह की कोई छोटी गल नहीं सीगी, है ना। पर गुरु नानक पातशाह जी चलो गए, सारे ने आओ भगतां ने सत्कार नाल मिलनी हुंदी है तो फिर बिठाया जाता है। जिथे जंज ढुकदी है बैठती है उस जगह के उत्ते सारिਆਂ ਨੂੰ प्रशादा पानी जिहड़ा दिता है शुरुआत में खवाया। तो फिर हुण अज दा दिन जिहड़ा है अज होनी सी लावां फेरे होने सी। हुण मैं उही बेनती कर रहा, जो फेरे होने सी सब तैयार हो के बैठ गए। हुण जिहड़े फेरे हुंदे ने वो वेदी दे हुंदे ने। वेदी कहंदे ने, वैसे तो अगे सी वेद दे दिवाले, वेद लिखिया हुंदा सी उहदे आले दुआले, फिर जे वो ना हो फिर ब्राह्मण के दिवाले, जे ब्राह्मण ना हो तो वेदी कहते हैं अगन के दिवाले, अग के दिवाले, अग बाल ली विचाले सरकार नूं बिठाउणा ही सीगा। सतगुरु जी कहते की करना, कहते फेरे करने। महाराज कहते ये दिवाले क्यों करने, कहते देवता है, कहते देवते ने 10 मिनटों में बुझ जाना। बस आई वही सेम कंडीशन।
ਇਹ ਅਸੀਂ ਰਸਮ ਨਹੀਂ ਕਰਨੀ। ਮੈਂ ਫਿਰ ਬੇਨਤੀ ਕਰਾਂ, ਸਾਡੇ ਜੇ ਤੁਸੀਂ ਲਾਵਾਂ ਦੀ ਅਸੀਂ ਕਥਾ ਕਰਨੀ ਆ, ਉਹ ਜਿਹੜੀਆਂ ਰਸਮਾਂ ਸੀਆਂ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਕੱਟ ਕੀਤਾ। ਭਾਈ ਅਸੀਂ ਇਹ ਤੁਸੀਂ ਕਹਿੰਦੇ ਹੋ ਦੇਵਤਾ ਹੈ, ਅਗਨ ਦੇਵਤਾ ਇਹਦੇ ਦੁਆਲੇ ਲੈਣੀ ਨੇ, ਦੇਵਤੇ ਤਾਂ ਥੋੜ੍ਹੇ ਚਿਰ ਨੂੰ ਬੰਦ ਹੋ ਜਾਣਾ ਹੈ, ਬੁੱਝ ਜਾਣਾ। ਪਰ ਜਿਹਨੂੰ ਮੈਂ ਦੇਵਤਾ ਕਹਿਣਾ ਹੈ, ਗੁਰ ਜੈਸਾ ਨਾਹੀ ਕੋ, ਜਿਹਨੂੰ ਮੈਂ ਦੇਵਤਾ ਕਹਿਣਾ ਉਹ ਤਾਂ ਸਦਾ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਜੋ ਸਾਹਮਣੇ ਰਿਹਾ। ਉਹ ਆਉਂਦਾ ਜਾਂਦਾ ਥੋੜ੍ਹੀ ਹੈ, ਬੁੱਝਦਾ ਥੋੜ੍ਹੀ ਹੈ, ਬੰਦ ਥੋੜ੍ਹੀ ਹੁੰਦਾ ਹੈ। ਸਤਿਗੁਰ ਜਾਗਤਾ ਹੈ ਦੇਵ। ਅਤੇ ਫਿਰ ਸਾਰੇ ਉਹ ਜਦੋਂ ਜਵਾਬ ਦੇ ਦਿੱਤਾ ਸਾਰੇ ਇਕੱਠੇ ਹੋ ਗਏ, ਜਿਹੜੇ ਉੱਥੇ ਦੇ ਪੁਰੋਹਿਤ ਸੀ ਉਹ ਵੀ, ਇੱਥੋਂ ਦਾ ਪੁਰੋਹਿਤ ਵੀ ਹਰਦਿਆਲ ਵੀ ਗਿਆ ਸੀ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਵੀ ਫਿਰ ਭਾਈ ਹੁਣ ਕੀ ਕਰਿਆ ਜਾਵੇ, ਜਿਵੇਂ ਲਾਵਾਂ ਨਹੀਂ ਲੈਣੀਆਂ ਫੇਰੇ ਨਹੀਂ ਲੈਣੇ, ਫਿਰ ਕਿਵੇਂ ਫੇਰੇ ਲਾਓਗੇ, ਕੁਛ ਤਾਂ ਹੋਵੇ। ਸਰਕਾਰ ਕਹਿੰਦੇ ਭਾਈ ਕਾਗਜ਼ ਅਤੇ ਪੈਨ ਲੈ ਕੇ, ਕਲਮ ਦਵਾਤ ਸ਼ਾਹੀ ਮੰਗਾਏ, ਇੱਕ ਰੁਮਾਲ ਮੰਗਾਇਆ, ਅਤੇ ਕਹਿੰਦੇ ਜਿਹੜੀ ਉਹ ਜਗ੍ਹਾ ਬਣਾਇਆ ਸੀ ਨਾ ਉਹ ਜਗ੍ਹਾ 'ਤੇ ਰੱਖ ਕੇ ਵਿਛਾ ਦਿੱਤਾ ਰੁਮਾਲ ਉੱਪਰ, ਬਾਅਦ ਜਿਵੇਂ ਮੰਜੀ ਬਣਾ ਕੇ ਛੋਟੀ ਜਿਹੀ। ਫਿਰ ਸਤਿਗੁਰਾਂ ਨੇ ਆਪ ਉੱਥੇ ਮੂਲ ਮੰਤਰ ਲਿਖਿਆ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਜਿਹੜੀ ਮਿਹਰਬਾਨ ਵਾਲੀ ਸਾਖੀ ਆ ਉਹਦੇ 'ਚ ਜ਼ਿਕਰ ਆਉਂਦਾ ਵੀ ਇਸ ਤਰ੍ਹਾਂ ਲਿਖਿਆ। ਕਈਆਂ ਨੇ ਇਹ ਲਿਖਿਆ ਵੀ ਇਕੱਲਾ ਇੱਕ ਓਂਕਾਰ ਲਿਖਿਆ ਸੀ। ਖੈਰ ਆਪਾਂ ਇਹਦੇ 'ਤੇ ਨਾ ਪਈਏ। ਸਾਹਿਬ ਮਹਾਰਾਜ ਨੇ ਉੱਥੇ ਬਾਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖ ਕੇ ਰੱਖ ਦਿੱਤਾ। ਇਹ ਵੀ ਕਿਹਾ ਜਾਂਦਾ ਵੀ ਉੱਥੇ ਕੀਰਤਨ ਵੀ ਹੋਇਆ ਨਾਲ। ਫਿਰ ਸਰਕਾਰ ਨੇ ਉਸ ਦੇ ਦਿਵਾਲੇ ਫਿਰ ਜਿਹੜੀਆਂ ਨੇ ਫੇਰੇ ਨੇ, ਜੇ ਫੇਰੇ ਨੇ ਕਿ ਲਾਵਾਂ ਲਈ ਸ਼ਬਦ ਗੁਰੂ ਹੈ ਭਾਈ। ਹੁਣ ਜਿਹੜਾ ਨੇ ਇਹ ਦੇਖਿਆ ਸੀ ਵੀ ਇੱਥੇ ਤਾਂ ਅਸੀਂ ਤਾਂ ਹਵਨ ਕਰਨਾ ਸੀ, ਅਸੀਂ ਤਾਂ ਬਹੁਤ ਕੁਝ ਪਾਉਣਾ ਸੀ, ਮੰਤਰ ਪੜ੍ਹਨੇ ਸੀ, ਫਿਰ ਲਾਵਾਂ ਪਰ ਫੇਰੇ ਹੋਣੇ ਸੀ, ਇਹ ਤਾਂ ਸਾਰਾ ਕੁਝ ਹੀ ਪਰੇ ਹੋ ਗਿਆ। 9 ਸਾਲ ਦੀ ਉਮਰ 'ਚ ਪਹਿਲਾਂ ਇਹਨਾਂ ਨੇ ਜਵਾਬ ਦੇ ਦਿੱਤਾ। ਆ ਹੁਣ ਉਦੋਂ ਧਰਮ 'ਚ ਪ੍ਰਵੇਸ਼ ਕਰਨ ਤੋਂ ਜਵਾਬ ਦਿੱਤਾ, ਹੁਣ ਜਿਹੜਾ ਗ੍ਰਸਥ ਧਰਮ ਹੈ ਉਹਦੇ 'ਚੋਂ ਜਵਾਬ ਦੇ ਦਿੱਤਾ। ਹੁਣ ਜਿਹੜੇ ਉੱਥੋਂ ਦੇ ਪੁਰੋਹਿਤ ਸੀ, ਇਹ ਹਿਸਟਰੀ ਲਿਖੀ ਜਾਂਦੀ ਹੈ, ਕਿਹਾ ਜਾਂਦਾ ਹੈ ਉਹ ਬੜੇ ਹੋਏ ਵੀ ਇਹ ਕਿਉਂ ਨਾ ਜਿਹੜੀ ਇਹ ਆਪਣੀ ਰੀਤ ਬਣਾ ਲੈਣੇ, ਇਹਨੂੰ ਹੁਣੀ ਬੰਦ ਕੀਤਾ ਜਾਵੇ। ਕਹਿੰਦੇ ਉਹ ਕੀ ਕੀਤਾ ਜਾਏ? ਕਹਿੰਦੇ ਜਿੱਥੇ ਗੁਰੂ ਸਾਹਿਬ ਮਹਾਰਾਜ ਜੀ ਬਰਾਤ ਢੁਕੀ ਸੀ ਨਾ, ਜਿੱਥੇ ਮਹਾਰਾਜ ਨੂੰ ਬਿਠਾਇਆ ਸੀ, ਜਿਹੜੀ ਉਹ ਕੰਧ ਸੀ ਨਾ ਉਹ ਕੱਚੀ ਸੀ। ਕਹਿੰਦੇ ਉਹਨੂੰ ਪਿੱਛੋਂ ਧੱਕਾ ਲਾ ਕੇ ਟੇਢੀ ਕੀਤੀ ਗਈ ਵੀ ਜਦੋਂ ਬੈਠਣਗੇ ਉੱਤੇ ਡਿੱਗੇਗੀ, ਗੱਲ ਹੀ ਮੁੱਕ ਜਾਏਗੀ। ਅਤੇ ਸਰਕਾਰ ਜਦੋਂ ਸਾਰਾ ਕੁਝ ਹੋ ਗਿਆ ਉੱਥੇ ਆ ਕੇ ਬੈਠ ਗਏ, ਜਿੱਥੇ ਹੁਣ ਗੁਰਦੁਆਰਾ ਕੰਧ ਸਾਹਿਬ ਬਣਿਆ। ਅਤੇ ਕੰਧ ਜਿਹੜੀ ਹੈ ਉਹ ਜੋ ਡਿੱਗਣ ਦੀ ਤਿਆਰੀ ਵਿੱਚ ਹੈ। ਕਿਸੇ ਇਹ ਲਿਖਿਆ ਵੀ ਮਾਤਾ ਤ੍ਰਿਪਤਾ ਜੀ ਸੀ, ਕਈਆਂ ਨੇ ਲਿਖਿਆ ਕੋਈ ਮਾਤਾ ਆਈ ਸੀ। ਦੇਖੋ ਇਸ ਹਿਸਟਰੀ ਦੇ ਲਿਖਣ ਦੇ ਵਿੱਚ ਜਿਵੇਂ ਜਿਵੇਂ ਪੜ੍ਹਦੇ ਹੋ ਪਤਾ ਲੱਗਦਾ। ਖੈਰ ਕਹਿੰਦੇ ਕੋਈ ਮਾਤਾ ਆਏ ਅਤੇ ਉਹਨਾਂ ਨੇ ਕਿਹਾ ਵੀ ਬੇਟਾ ਇੱਥੋਂ ਉੱਡ ਜਾ, ਕੰਧ ਡਿੱਗ ਜਾਏਗੀ, ਡਿੱਗਣ ਵਾਲੀ ਹੋਈ ਵੀ ਉੱਪਰ। ਸਤਿਗੁਰੂ ਜੀ ਕਹਿੰਦੇ ਮਾਤਾ ਤੂੰ ਛੋਰਾ ਨਾ ਕਰ, ਇਹ ਕੰਧ ਨਹੀਂ ਡਿੱਗਦੀ, ਇਹ ਤਾਂ ਸਾਡੇ ਵਿਆਹ ਦੀ ਯਾਦ ਹੈ, ਔਰ ਇਹ ਅੱਜ ਨਹੀਂ ਸਦੀਆਂ ਤੱਕ ਹੀ ਰਹੇਗੀ। ਬੜਾ ਕੁਛ ਹੋਇਆ ਬਟਾਲੇ ਦੀ ਧਰਤੀ 'ਤੇ, ਪਰ ਉਹ ਕੰਧ ਅੱਜ ਵੀ ਉਵੇਂ ਹੀ ਖੜੀ ਹੈ। ਕੰਧ ਸਾਹਿਬ, ਗੁਰਦੁਆਰਾ ਕੰਧ ਸਾਹਿਬ। ਇੱਥੇ ਤਾਂ ਸੰਗਤਾਂ ਆਉਣਗੀਆਂ, ਇੱਥੇ ਤਾਂ ਦੀਵਾਨ ਸੱਜਣਗੇ, ਇਸ ਕੰਧ ਦੇ ਲੋਕ ਦਰਸ਼ਨ ਕਰਿਆ ਕਰਨਗੇ। ਇਸ ਸਤਿਗੁਰਾਂ ਦੀ ਉਸ ਸਥਾਨ ਦੀ ਹੈ ਜਿਹੜੀ ਜਗ੍ਹਾ ਜਿੱਥੇ ਮਹਾਰਾਜ ਜੀ ਦੇ ਟਿਕਾਓ ਹੋਇਆ ਸੀਗਾ, ਵੀ ਗੁਰਦੁਆਰਾ ਜਿਹਨੂੰ ਅਸੀਂ ਕੰਧ ਸਾਹਿਬ ਕਹਿੰਦੇ ਹੈ ਜਗ੍ਹਾ। ਤੁਸੀਂ ਦਰਸ਼ਨ ਕਰੋ। ਅਤੇ ਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਨ ਆਨੰਦ ਕਾਰਜ ਹੋਏ ਅਤੇ ਬੜੀ ਖੁਸ਼ੀ ਮਨਾਈ ਗਈ। ਮੈਂ ਫਿਰ ਸਵੇਰੇ ਵੀ ਜ਼ਿਕਰ ਕਰ ਰਿਹਾ ਸੀ ਵੀ ਬਰਾਤ ਆ ਰਹੀ ਹੈ ਅਤੇ ਬਰਾਤ ਜਾ ਰਹੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਹਰ ਇੱਕ ਥਾਂ 'ਤੇ ਜਿਹੜਾ ਜਾਣਾ ਹੈ ਕੁਝ ਕ੍ਰਾਂਤੀਕਾਰੀ ਹੈ। ਤੁਸੀਂ ਪੜ੍ਹਦੇ ਨਾ ਕਈ ਵਾਰੀ ਇਹ ਸ਼ਬਦ, ਵਿਆਹ ਹੁਆ ਮੇਰੇ ਬਾਬੁਲਾ, ਵਿਆਹ ਹੁਆ ਮੇਰੇ ਬਾਬੁਲਾ, ਵਿਆਹ ਹੁਆ ਗੁਰਮੁਖੇ ਹਰ ਪਾਇਆ, ਗੁਰਮੁਖੇ ਹਰ ਪਾਇਆ। ਕਹਿੰਦੇ ਅਕਾਲ ਮੂਰਤ ਵਰ ਪਾਇਆ ਵਿਨਾਸੀ। ਅਕਾਲ ਮੂਰਤ ਰੱਬ ਜੀ
वर वर ਹੁੰਦਾ ਹੈ वर पति। पाया अविनाशी, अविनाशी किहड़ा कदे नाश नहीं हुंदा, ना आवे ना जाए, कदे ना मरे ना जाया, वो कदे जन्म मरण च नहीं आउंदा। वो मैनू वर मिल गया, परमात्मा मिल गया। इस शब्द है विवाह हुआ मेरे बाबला। हुण ध्यान देना, इहदे च बाबल किहनूं किहा? फिर जे विआह परमेश्वर नाल होया जीव आत्मा दा, फिर विआह किहनूं, बाबल किहनूं किहा? इत्थे बाबल गुरु नूं किहा है। जिस दिन साडी जीव आत्मा दा विआह उस परमात्मा नाल होना है तो वो कौन कराएगा? वो गुरु कराएगा। गुरु उत्थे बाबल है। बाणी विच बड़े रूप च आया गा बाबल शब्द। बाबल मेरा वड समरथा, बाबल मेरा वड समरथा। करण कान प्रभहारा, बाबल मेरा वड समरथा, बड़ा समर्थ है। धन साहिब श्री गुरु नानक पातशाह महाराज जी, जिन्हां दे असीं अज विवाह पुरब की गल करते हैं कि ਜਿਹੜੇ बाकी शब्द ਅਸੀਂ होर भी ने नाल पढ़ते हैंगे, पर ਇਹਦਾ जिक्र मैं ਤਾਂ नाल करांगा जाके ਜਦੋਂ जो ਆਪਾਂ ਅੱਗੇ ਕਰਾਂਗੇ। क्योंकि जे ਇਹ शब्दां ਦੇ अर्थ ਵੱਲ जाओगे ਤਾਂ ਤੁਹਾਨੂੰ ਇੱਕੋ ਹੀ ਗੱਲ ਸਮਝ ਆਏਗੀ, आत्मा ਤੇ परमात्मा ਦਾ आनंद कारज। असल कारज ये है, पर आनंद का कारज है। हाँ, इनू इस गृहस्थ में प्रवेश करने लई इस चार लावां नूं, चार लावां दे असीं जिहड़े है परिक्रमा करते हैं। गुरु ग्रंथ साहिब दीआं चार लावां दा पाठ सुनते हैं। पर इहदा मतलब असीं भी इस लावां तो ये लैके सेध तो अपने असलीयत जीवन दी लावां, अपनी आत्मा दी लावां उस निरंकार नाल, तो जिस दिन वो होणगियां फिर ही है ना भी गुरमुख विआहण आया, फिर ही होना है। वो महाराज कहते ब्याह हुआ मेरे बाबला, गुरमुखे हर पाया, अज्ञान अंधेरा कट्टिया। जिस दिन लावां आउणियां ने अज्ञानता दा हनेरा कट्टिया जाना है। गुरु ने ज्ञान, ज्ञान दा प्रचंड, प्रचंड की हुंदा अगन वल जणियां पूरी लटालट, प्रचंड बुलाया। जदों तेरे अंदर गुरु दे ज्ञान दा प्रचंड वलना है, अज्ञानता दूर हो जानी है, फिर जाके उस ब्याह की रस्म होनी है। तो गुरु महाराज इस पावन शब्द दे विच जिक्र करते हैं, भाई गुरमत दे नाल, गुरमत अनुसार सतगुरां ने अज दे दिन उस पावन पवित्र स्थान के उत्ते बड़ी खुशी मनाई, बड़िया संगतां दी आओ भगत की। धन धन माता सुलखणी जी जगत गुरु माता, जिन्हां दी बख्शिश साढ़े सारिਆਂ ते बने। मैं अक्सर ही कहना भी इस तरह के मातावां नूं दिन मनाने चाहिए। माई भागवत का दिन है, माता गंगा जी का दिन है, माता सुलखणी जी का दिन है, जिन्हां दा अहम रोल है। कदे समा मिले आपां सिख इतिहास विच बीबियां मातावां दा जिक्र वो जरूर करांगे कि किवें किड्डा रोल है। और जिद्दे तुसीं बेबे नानकी की गल करते हो, उन्होंने तो बा कमाल ही है ना, वो भी नाल ने। फिर सारी बरात फिर वापस जाती है। मैं बेनती करिया कि गुरु महाराज की उस तरह ही फिर आओ भगत विच हुंदी है, तो सारिया ने खुशी मनाइयां, सारिया जगह ते आनंद खेड़ा वरत्या। महाराज कहते मन चाओ पिया प्रभ आगम सुनिया, और मंगल गाओ सखी गृह मंदिर बनिया। अज गृह ने मंदिर बन जाना है जिस दिन इस ग्रह दे विच भी उसकी आमद हो गई। जिस दिन वो दर्शन हो गया, वो सज्जणा हों देखा दर्शन तेरा राम, घर अपनड़े खड़ी तक्का मैं मन चाओ घनेरा राम। जदों उहदी आमद हो जाए तो फिर अंदर किसी बाहरलियां खुशियां देखते हैं, अंदरलियां खुशियां मिलदियां। सरकार ने चाहे आनंद है, ब्याह है, चाहे जन्म की गल है, चाहे धर्म की गल है, तो गुरु बाबे ने उहदे विच सानू सिक्खी परोस के दिती है अपने जीवन के विच भी सिखा एवें करना है। जो गुरु अमरदास जी जान वेले की गल करते हैं, क्या कमाल का ज्ञान दे के जा रहे हैं। गुरु नानक पातशाह ब्याह की गल हो रही है तो क्या ज्ञान अज भी है। फिर वही गल है ना, हुण असीं कल जिक्र करना भी देखो गुरु नानक पातशाह उस टाइम ही जवाब दिता नो। बड़ा कुछ साढ़े ब्याहां ते अज भी मनमत हुंदी है। मैं उस दिन कहा जयमाला पिछले तक नंबरबाद चल पिया सीगा, फुल सुट्टने
ਉਹ ਸੁੱਟਦੇ ਸੀ ਜਦੋਂ ਬੱਚੇ ਗੇੜਾ, ਕਿਉਂਕਿ ਜਿਹੜੇ ਅੱਜ ਵੀ ਤੁਸੀਂ ਦੇਖੋਗੇ, ਦੇਖੋ ਜਿਹੜੇ ਜਿਸ ਧਰਮ ਰਸਮ ਹੈ ਸਾਨੂੰ ਕੋਈ ਉਹ ਨਹੀਂ ਮਨਾਉਣ, ਪਰ ਗੁਰਮਤ 'ਚ ਨਹੀਂ ਹੈਗੀ। ਤੁਸੀਂ ਅੱਜ ਵੀ ਦੇਖੋ ਕਈ ਹਿੰਦੂ ਪਰਿਵਾਰਾਂ 'ਚ ਵਿਆਹ ਹੁੰਦੇ ਨੇ, ਉਹ ਬੱਚਿਆਂ ਦੇ ਉੱਪਰ ਫੁੱਲ ਅੱਜ ਵੀ ਛੱਡਦੇ। ਕੁਛ TV ਵਾਲਿਆਂ ਨੇ ਸਟਾਰ ਪਲੱਸ ਵਾਲੇ ਮੇਨ ਰੋਲ ਆ, ਜਿਹੜਾ ਕੁਛ ਦੇਖਦੇ ਨੇ ਉਵੇਂ ਕਰਦੇ ਨੇ। ਉਹ ਗੁਰਦੁਆਰਿਆਂ 'ਚ ਵੀ ਸੁੱਟਣ ਲੱਗ ਗਏ। ਫੁੱਲ ਸੁੱਟਣੇ ਬਿਲਕੁਲ ਮਨਮਤ ਹੈ। ਮੇਰੇ ਮਿੱਤਰ ਨੇ, ਇੱਕ ਸੱਜਣ ਨੇ, ਕਥਾਵਾਚਕ ਜੀ, ਉਹ ਮੈਨੂੰ ਦੱਸਦੇ, ਉਹ ਬੜੇ ਕਹਿੰਦੇ ਇੱਕ ਵਾਰ ਕੀ ਹੋਇਆ, ਅਸੀਂ ਆਨੰਦ ਕਾਰਜ ਕਰਾਉਣ ਲੱਗੇ ਅਤੇ ਉਹ ਲਾਵਾਂ ਪੜ੍ਹਨੀਆਂ ਸੀ ਉਹਨਾਂ ਨੇ। ਜਿਉਂ ਹੀ ਪਰਿਵਾਰ ਆ ਕੇ ਸਭ ਬੈਠ ਗਏ ਅਤੇ ਉਹ ਕਹਿੰਦੇ ਇੱਕ ਸੱਜਣ ਉੱਠਿਆ, ਉਹ ਮੁੱਠੀ ਭਰ ਭਰ ਕੇ ਨਾ ਉਹਨੇ ਸਾਰਿਆਂ ਨੂੰ ਵੰਡ ਦਿੱਤੇ। ਕਹਿੰਦਾ ਮੈਂ ਕਿਹਾ ਵੀ ਇਹ ਕੀ? ਕਹਿੰਦੇ ਜੀ ਫੁੱਲ ਸੁੱਟਣੇ ਨੇ। ਉਹ ਕਹਿੰਦਾ ਮੈਂ ਕਿਹਾ ਦੇਖੋ ਜੀ, ਫੁੱਲ ਨਾ ਸੁੱਟਿਓ, ਗੁਰੂ ਦਾ ਤੋਹੀਨ। ਜੇ ਸੁੱਟਣੇ ਵੀ ਉਹ ਗੁਰੂ ਗ੍ਰੰਥ ਸਾਹਿਬ ਸੁੱਟੋ ਤਾਂ ਹੋਰ ਗੱਲ ਹੈ, ਵੈਸੇ ਇੱਥੇ ਵੀ ਨਹੀਂ ਸੁੱਟੇ, ਕਿਉਂਕਿ ਬਾਣੀ ਨੇ ਤਾਂ ਰੋਕਿਆ, ਪਾਤੀ ਤੋਰੇ ਮਾਲ ਨਹੀਂ, ਪਾਤੀ ਪਾਤੀ ਜੀਓ, ਇਹ 'ਤੇ ਵੀ ਰੋਕਿਆ। ਪਰ ਤੁਸੀਂ ਬੱਚਿਆਂ 'ਤੇ ਨਹੀਂ ਸੁੱਟਣੇ, ਗੁਰੂ ਦੇ ਹੁੰਦੇ ਬੱਚਿਆਂ 'ਤੇ ਵੀ ਸੁੱਟੇ, ਗਲਤ ਗੱਲ, ਮਨਮਤ ਹੈ। ਉਹ ਕਹਿੰਦੇ ਜੀ ਠੀਕ ਹੈ। ਉਹਨਾਂ ਨੇ ਕੀਤਾ, ਲਾਵਾਂ ਸ਼ੁਰੂ ਕਰ ਦਿੱਤੀਆਂ। ਜਿਉਂ ਹੀ ਲਾਵਾਂ ਸ਼ੁਰੂ ਕੀਤੀਆਂ, ਪਹਿਲੀ ਲਾਮ ਹੋ ਗਈ, ਦੂਜੀ ਹੋ ਗਈ, ਤੀਜੀ ਹੋ ਗਈ। ਜਦੋਂ ਚੌਥੀ ਲਾਸਟ ਸੀ ਨਾ, ਉਹ ਸਾਰੇ ਹੀ ਖੜ੍ਹੇ ਹੋ ਗਏ, ਉਹ ਤਾਂ ਫੁੱਲ ਲੈ ਕੇ ਤਿਆਰ ਹੋ ਗਏ ਸੁੱਟਣ ਨੂੰ, ਅਤੇ ਭਾਈ ਸਾਹਿਬ ਨੇ ਉਹ ਚੌਥੀ ਲਾਮ ਹੀ ਨਹੀਂ ਸ਼ੁਰੂ ਕੀਤੀ। ਉਹ ਕਹਿੰਦਾ ਗੱਲ ਸੁਣੋ, ਜੇ ਆਨੰਦ ਕਾਰਜ ਕਰਾਉਣੇ ਨੇ, ਚੌਥੀ ਲਾਮ ਮੈਂ ਤਾਂ ਪੜ੍ਹਨੀ ਆ ਜੇ ਫੁੱਲ ਲਿਫਾਫੇ 'ਚ ਪਾ ਕੇ ਬਾਹਰ ਸੁੱਟ ਕੇ ਆਊਂ। ਉਹ 2-3 ਬੰਦੇ ਆਖਣ ਲੱਗ ਗਏ। ਉਹ ਕਹਿੰਦੇ ਜੋ ਮਰਜ਼ੀ ਹੋਵੇ, ਹੈ ਉਹ ਬੜੇ ਕੱਟੜ ਸੀਗੇ। ਉਹ ਆਪਣੇ ਜਿਹੜੇ ਨੇ ਅਨੰਦਪੁਰ ਸਾਹਿਬ ਦੇ ਤਖਤ 'ਤੇ ਵੀ ਰਹੇ ਨੇ ਗ੍ਰੰਥੀ ਸਿੰਘ, ਅਤੇ ਉਹ ਕਹਿੰਦੇ ਵੀ ਮੈਂ ਨਹੀਂ, ਬਿਲਕੁਲ ਨਹੀਂ। ਜੇ ਕਹਿੰਦੇ ਜੀ ਜੇ ਤੁਸੀਂ ਆਨੰਦ ਕਾਰਜ ਇੱਥੇ ਨਹੀਂ ਕਰਾਉਣੇ, ਕਹਿੰਦੇ ਅਸੀਂ ਗ੍ਰੰਥੀ ਹੋਰ ਲਿਆਉਣਾ। ਕਹਿੰਦੇ ਗ੍ਰੰਥੀ ਬਿਲਕੁਲ ਇੱਥੇ ਉਹਨਾਂ ਚਿਰ ਜਿੰਨੇ ਚਿਰ ਮੈਂ ਬੈਠਾ ਕੋਈ ਨਹੀਂ ਆ ਸਕਦਾ। ਉਹ ਸਾਹਮਣੇ ਗੁਰਦੁਆਰਾ, ਉੱਥੇ ਜਾ ਕੇ ਕਰਾ ਲਓ। 3 ਲਾਵਾਂ ਹੋ ਗਈਆਂ, ਚੌਥੀ ਉੱਥੇ ਪੜਵਾ ਲਓ ਜਾ ਕੇ। ਮੈਂ ਤਾਂ ਪੜੂੰ ਜਦ ਤੱਕ ਤੁਸੀਂ ਫੁੱਲ ਬਾਹਰ ਨਹੀਂ ਸੁੱਟਦੇ। ਮਨਮਤ ਹੈ, ਨਹੀਂ ਕਰਨ ਦੇਣੀ। ਆਖਰਕਾਰ ਰੌਲਾ ਰੂਲਾ ਪੈ ਕੇ ਉਹਨਾਂ ਨੇ ਫੁੱਲ ਇਕੱਠੇ ਕਰਨੇ ਪਏ। ਚੌਥੀ ਲਾਮ ਭਾਈ ਸਾਹਿਬ ਨੇ ਫੇਰ ਪੜ੍ਹੀ, ਫਿਰ ਅਰਦਾਸ ਹੋਈ। ਗੁਰੂ ਬਾਬਾ ਜੀ ਵੀ ਕਹਿੰਦੇ ਮੈਂ ਵੇਦੀ ਦੀ ਲਾਵਾਂ ਫੇਰੇ ਨਹੀਂ ਲੈਣੇ। ਸਾਰਾ ਹੀ ਰੌਲਾ ਪੈ ਗਿਆ। ਉਹ ਤਾਂ ਬੜੀ ਕ੍ਰਾਂਤੀ ਸੀ ਉਦੋਂ ਤਾਂ, ਇਹਦਾ ਨਵਾਂ ਹੀ ਕੰਮ ਹੀ ਨਵਾਂ ਚਲਾਉਣ ਲੱਗਿਆ ਸਾਡਾ ਮੁੰਡਾ। ਸਾਰੇ ਕਹਿੰਦੇ ਉਹ ਨਾਨਕ ਇਹ ਕੀ ਕਰ ਰਹੇ ਆ? ਬਾਬਾ ਕਹਿੰਦਾ ਨਾ, ਆਪਾਂ ਨਹੀਂ ਇਹਦੇ ਅੱਗ ਦੇ ਅੱਗ, ਮੇਰੇ ਦੇਵਤਾ ਨਹੀਂ, ਮੇਰਾ ਤਾਂ ਦੇਵਤਾ ਗੁਰੂ ਹੈ। ਗੁਰ ਜੈਸਾ ਨਾਹੀ ਕੋ ਦੇਵ। ਸਮਾਂ ਹੋ ਗਿਆ, ਬਾਕੀ ਵਿਚਾਰ ਆਪਾਂ ਕੱਲ੍ਹ ਕਰਾਂਗੇ। ਸਤਿਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀਆਂ ਸਾਰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਇਹ ਆਲਮੀ ਬਾਕਾ ਤੋਂ ਸਾਨੂੰ ਵੀ ਚੰਗੇਰੀ ਸਿੱਖਿਆ ਮਿਲੇ, ਸਾਡਾ ਵੀ ਜੀਵਨ ਸਫਲਾ ਹੋਵੇ। ਸਭ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਪਰੇਮ ਫਤਿਹ ਬੁਲਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ।